ਲੜੀਵਾਰ ਕਥਾ ਰਾਗ ਗੋਂਡ ਵਿੱਚ ਭਗਤ ਬਾਣੀ ਦੀ 873 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਭਗਤ ਨਾਮਦੇਵ ਜੀ ਦੇ ਪਾਵਨ ਬਚਨ। ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦਾ ਇੱਕ ਸ਼ਬਦ ਆਪਾਂ ਕੱਲ ਵਿਚਾਰਿਆ, ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ। ਇਸ ਤੋਂ ਅਗਲੇਰਾ ਸ਼ਬਦ ਮਹਾਰਾਜ ਭਗਤ ਨਾਮਦੇਵ ਜੀ ਉਚਾਰਨ ਕਰਕੇ ਸਾਡੇ ਹਿਰਦਿਆਂ 'ਚ ਪ੍ਰਭੂ ਨਾਮ ਦੀ ਪ੍ਰੀਤ ਵਰਣਨ ਕਰਕੇ ਵਸਾਉਣਾ ਚਾਹੁੰਦੇ ਹਨ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਨਾਦ ਭ੍ਰਮੇ ਜੈਸੇ ਮਿਰਗਾਏ। ਰਾਗ ਗੋਂਡ ਵਿੱਚ ਭਗਤ ਨਾਮਦੇਵ ਜੀ ਇਹ ਬਚਨ ਉਚਾਰ ਰਹੇ ਨੇ। ਕਹਿੰਦੇ ਪ੍ਰੀਤ ਦੀ ਗੱਲ ਹੋ ਰਹੀ ਹੈ। ਮ੍ਰਿਗ ਕਹਿੰਦੇ ਨੇ ਹਿਰਨ ਨੂੰ। ਹਿਰਨ ਦੀ ਪ੍ਰੀਤ ਹੁੰਦੀ ਹੈ ਕੰਡੇ ਹੇੜੇ ਦੇ ਨਾਦ ਨਾਲ। ਸ਼ਿਕਾਰੀ ਜਦੋਂ ਹਿਰਨ ਨੂੰ ਫੜਦੇ ਨੇ ਪਹਿਲਾਂ ਉਹ ਇੱਕ ਕੰਡੇ ਹੇੜੇ ਦਾ ਨਾਦ ਬਣਾਉਂਦੇ ਆ। ਉਹਦੀ ਇਹੋ ਜਿਹੀ ਆਵਾਜ਼ ਹੁੰਦੀ ਕਿ ਉਸ ਆਵਾਜ਼ ਨੂੰ ਸੁਣ ਕੇ ਜਿਹੜੇ ਹਿਰਨ ਨੇ ਉਹ ਮੋਹੇ ਜਾਂਦੇ ਨੇ। ਸੁਣਨ ਦਾ ਦੋਸ਼ ਕਹਿ ਲੋ ਜਾਂ ਉਹਨਾਂ ਅੰਦਰ ਉਸ ਨਾਦ ਪ੍ਰਤੀ ਪ੍ਰੀਤ ਕਹਿ ਲੋ। ਉਹ ਭੱਜੇ ਆਉਂਦੇ ਉਸ ਨਾਦ ਨੂੰ ਸੁਣਦਿਆਂ। ਸ਼ਿਕਾਰੀ ਅੱਗੇ ਆ ਕੇ ਆਪਣਾ ਸਿਰ ਦੇ ਦਿੰਦੇ ਨੇ। ਸ਼ਿਕਾਰੀ ਉਸ ਨੂੰ ਮਾਰ ਕੇ ਉਹਦੇ ਸਿੰਗਾਂ ਦੀ ਵੱਖਰੀ ਵਰਤੋਂ ਕਰਦੇ ਨੇ, ਖੱਲ ਦੀ ਵੱਖਰੀ ਵਰਤੋਂ ਕਰਦੇ ਨੇ, ਮਾਸ ਦੀ ਵੱਖਰੀ ਵਰਤੋਂ ਕਰਦੇ ਨੇ। ਉਹ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ ਕੰਡੇ ਹੇੜੇ ਦੀ ਨਾਦ ਨਾਲ ਪ੍ਰੀਤ ਕਰਕੇ, ਕਿਉਂਕਿ ਪ੍ਰੇਮ ਕੁਰਬਾਨ ਕਰਨਾ ਸਿਖਾਉਂਦਾ। ਜਿੱਥੇ ਪ੍ਰੀਤ ਹੋਵੇ ਨਾ, ਪ੍ਰੀਤ ਕੁਰਬਾਨੀ ਦਾ ਜਜ਼ਬਾ ਪੈਦਾ ਕਰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਅੰਦਰ ਪ੍ਰੀਤ ਆ ਗੁਰੂ ਨਾਲ, ਉਹਨਾਂ ਨੇ ਆਪਣਾ ਆਪਾ ਗੁਰੂ ਤੋਂ ਕੁਰਬਾਨ ਕੀਤਾ। ਗੁਰੂ ਪੰਥ ਦੇ ਜਿਤਨੇ ਵੀ ਸ਼ਹੀਦ ਨੇ ਅੱਜ ਤੱਕ, ਜਿਤਨੇ ਵੀ ਸ਼ਹੀਦ ਹੋਏ ਨੇ, ਉਹਨਾਂ ਸਮੂਹ ਸ਼ਹੀਦਾਂ ਨੇ ਗੁਰੂ ਨਾਲ ਪ੍ਰੀਤ ਕਰਕੇ ਆਪਣਾ ਆਪ ਗੁਰੂ ਤੋਂ ਕੁਰਬਾਨ ਕੀਤਾ। ਚਾਹੇ ਉਹ ਭਾਈ ਬੱਲੂ ਜੀ ਹਨ, ਭੱਟ ਮਥੁਰਾ ਜੀ ਹਨ, ਭਾਈ ਸਿੰਘਾ ਪ੍ਰੋਤ ਜੀ ਹਨ, ਭਾਈ ਜੇਠਾ ਜੀ ਹਨ, ਤੇ ਭਾਵੇਂ ਉਹ ਦੀਵਾਨ ਮਤੀ ਦਾਸ ਜੀ ਨੇ, ਸਤੀ ਦਾਸ ਜੀ ਨੇ, ਭਾਈ ਦਿਆਲਾ ਜੀ ਨੇ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਭੂਆ ਦੇ ਪੁੱਤ ਭਾਈ ਸੰਗੋ ਸ਼ਾਹ ਜੀ ਨੇ, ਜੀਤ ਮੱਲ ਜੀ ਨੇ, ਕਿਤਨੇ ਕਿਤਨੇ ਮਹਾਨ ਯੋਧੇ। ਤੇ ਭਾਵੇਂ ਲਾਹੌਰ ਦੇ ਦਰਬਾਰ ਦੇ ਪਾਸ ਜਾ ਕੇ ਆਪਣਾ ਬੰਦ ਕਟਾਉਣ ਵਾਲੇ, ਖੋਪਰ ਲਵਾਉਣ ਵਾਲੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦ ਨੇ। ਗੁਰੂ ਨਾਲ ਪ੍ਰੀਤ ਕਰਕੇ ਇਹਨਾਂ ਨੇ ਆਪਣਾ ਆਪ ਗੁਰੂ ਤੋਂ ਕੁਰਬਾਨ ਕੀਤਾ, ਕਿਉਂਕਿ ਪ੍ਰੀਤ ਕੁਰਬਾਨੀ ਦਾ ਜਜ਼ਬਾ ਭਰਦੀ। ਕਹਿੰਦੇ ਵੇਖੋ ਨਾਦ ਨੂੰ ਸੁਣ ਕੇ ਭਰਮੇ ਜੈਸੇ ਮਿਰਗਾਏ। ਹਿਰਨ ਜਿਹੜੇ ਨੇ ਉਹ ਭਰਮਦੇ ਹੋਏ ਉਸ ਨਾਦ ਦੀ ਪ੍ਰੀਤ ਵਿੱਚ ਆ ਜਾਂਦੇ ਹਨ। ਪ੍ਰਾਨ ਤਜੇ ਵਾ ਕੋ ਧਿਆਨ ਨਾ ਜਾਏ। ਕਹਿੰਦੇ ਪ੍ਰਾਣ ਤਜ ਦਿੰਦਾ ਉਹ ਹਿਰਨ। ਉਹਦਾ ਸਿਰ ਵੱਢਿਆ ਜਾ ਰਿਹਾ ਹੁੰਦਾ, ਪਰ ਉਹ ਜਿਹੜੀ ਨਾਦ ਆ ਰਹੀ ਹੁੰਦੀ ਨਾ ਕੰਡੇ ਹੇੜੇ ਦੀ, ਉਹਦੇ ਵੱਲੋਂ ਉਹਦਾ ਧਿਆਨ ਨਹੀਂ ਜਾਂਦਾ। ਤੇ ਉਹਦੇ ਧਿਆਨ ਵਿੱਚ ਇਹੋ ਜਿਹਾ ਮਸਤ ਹੁੰਦਾ ਕਿ ਚੱਲ ਰਹੇ ਹਥਿਆਰ ਤੇ ਸ਼ਸਤਰ ਨਾਲ ਉਹਦੀ ਧੌਣ ਕੱਟੀ ਜਾ ਰਹੀ ਹੈ, ਉਹਨੂੰ ਉਹਦੀ ਪੀੜਾ ਨਹੀਂ ਵਿਆਪਦੀ, ਕਿਉਂਕਿ ਉਹਦਾ ਧਿਆਨ ਤਾਂ ਉਧਰ ਲੱਗਾ ਹੋਇਆ, ਉਸ ਨਾਦ ਨਾਲ ਲੱਗਾ ਹੋਇਆ। ਉਸ ਨਾਦ ਨਾਲ ਜੁੜੇ ਹੋਏ ਧਿਆਨ ਕਰਕੇ ਉਹ ਆਪਣੇ ਪ੍ਰਾਣ ਤਜ ਦਿੰਦਾ, ਪਰ ਉਹਦਾ ਧਿਆਨ ਨਹੀਂ ਉੱਥੋਂ ਜਾਂਦਾ।
ਦੋ ਹਿੱਸਿਆਂ 'ਚ ਭਾਈ ਮਤੀ ਦਾਸ ਜੀ ਦਾ ਸਰੀਰ ਚੀਰਿਆ ਜਾ ਰਿਹਾ ਹੈ, ਪਰ ਜਪਜੀ ਸਾਹਿਬ ਦੀ ਬਾਣੀ ਦਾ ਚਿੰਤਨ ਉਹਨਾਂ ਦੇ ਹਿਰਦੇ 'ਚੋਂ ਨਹੀਂ ਗਿਆ। ਤਕਰੀਬਨ ਇਹ ਪੰਕਤੀਆਂ ਇਸੇ ਤਰ੍ਹਾਂ ਹੀ ਨਜ਼ਰ ਆ ਰਹੀਆਂ ਕਿ ਹਿਰਨ ਉਸ ਨਾਦ ਨੂੰ ਸੁਣ ਕੇ ਆਪਣੇ ਪ੍ਰਾਣ ਤਜ ਦਿੰਦਾ ਹੈ, ਪਰ ਉਸ ਨਾਦ ਵੱਲੋਂ ਉਹਦਾ ਧਿਆਨ ਨਹੀਂ ਜਾਂਦਾ। ਐਸੇ ਰਾਮਾ ਐਸੇ ਹੀਰਾ। ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਮੈਂ ਵੀ ਆਪਣੇ ਉਸ ਰਾਮ ਨੂੰ ਐਸੇ ਹੀ ਵੇਖਦਾ ਹਾਂ ਜਿਵੇਂ ਨਾਦ ਸੁਣ ਕੇ ਉਸ ਨਾਦ ਦੇ ਰੰਗ ਵਿੱਚ ਹਿਰਨ ਰੰਗਿਆ ਹੋਇਆ ਆਪਣੇ ਪ੍ਰਾਣ ਤਜ ਦਿੰਦਾ, ਪਰ ਉਹਦਾ ਉਸ ਨਾਦ ਤੋਂ ਧਿਆਨ ਨਹੀਂ ਟੁੱਟਦਾ। ਕਹਿੰਦੇ ਮੇਰਾ ਧਿਆਨ ਵੀ ਮੇਰੇ ਰਾਮ ਵੱਲ ਜੁੜਿਆ ਹੋਇਆ ਹੈ, ਮੈਂ ਵੀ ਐਸੇ ਹੀ ਧਿਆਨ ਨਾਲ ਆਪਣੇ ਰਾਮ ਵੱਲ ਵੇਖ ਰਿਹਾ ਹਾਂ। ਰਾਮ ਛੋੜਾ ਚਿਤ ਅਨੰਤ ਨਾ ਫੇਰਾ। ਮੈਂ ਆਪਣੇ ਰਾਮ ਨੂੰ ਛੱਡ ਕੇ ਆਪਣੇ ਇਸ ਚਿੱਤ ਨੂੰ ਕਿਸੇ ਹੋਰ ਥਾਂ ਵੱਲ ਨਹੀਂ ਫੇਰਦਾ। ਜਿਵੇਂ ਧਿਆਨ ਨਹੀਂ ਛੱਡਦਾ ਨਾ ਹਿਰਨ ਉਸ ਨਾਦ ਨੂੰ ਸੁਣਦਾ, ਪ੍ਰਾਣ ਤਜ ਰਿਹਾ ਪਰ ਉਹਦਾ ਧਿਆਨ ਨਹੀਂ ਉਹਦੇ ਅੰਦਰੋਂ ਜਾਂਦਾ। ਕਹਿੰਦੇ ਐਸੇ ਹੀ ਮੈਂ ਆਪਣੇ ਮਾਲਕ ਤੋਂ ਬਿਨਾਂ ਆਪਣੇ ਇਸ ਚਿੱਤ ਨੂੰ ਕਿਸੇ ਹੋਰ ਪਾਸੇ ਨਹੀਂ ਫੇਰਦਾ। ਮੇਰਾ ਚਿੱਤ ਮੇਰੇ ਉਸ ਮਾਲਕ ਮੇਰੇ ਪ੍ਰਭੂ ਦੇ ਚਿੰਤਨ ਵਿੱਚ ਲੱਗਾ ਹੋਇਆ ਹੈ। ਰਹਾਉ ਜਿਉ ਮੀਨਾ ਹੀਰਾ ਪਸੁਆਰਾ। ਹੁਣ ਦੂਸਰੀ ਉਦਾਹਰਣ ਦਿੰਦੇ ਨੇ, ਜਿਵੇਂ ਕਿਸੇ ਮੱਛੀ ਨੂੰ ਪਸ਼ੂਆਰਾ ਕਹਿੰਦੇ ਨੇ। ਝੀਵਰ ਨੂੰ ਜਿਹੜਾ ਮੱਛੀ ਪਕੜਦਾ ਹੈ, ਮੱਛੀ ਫੜਨ ਵੇਲੇ ਉਹ ਆਪਣਾ ਪੂਰਾ ਧਿਆਨ ਕੇਂਦਰਿਤ ਰੱਖਦਾ ਹੈ। ਪਸ਼ੂਆਰਾ ਇੱਕ ਇਹੋ ਜਿਹਾ ਜਾਨਵਰ ਵੀ ਹੈ ਜਿਹਨੂੰ ਦੁਤੀਰਾ ਕਹਿੰਦੇ ਨੇ। ਉਹ ਦੁਤੀਰਾ ਇਹੋ ਜਿਹਾ ਜੀਵ ਹੈ ਕਿ ਮੱਛੀ ਨੂੰ ਪਕੜਨ ਵਾਸਤੇ ਪੂਰਨ ਤੌਰ ਤੇ ਕਾਗਰ ਹੋ ਕੇ ਉਹਦੇ ਵੱਲ ਵੇਖਦਾ ਹੈ। ਤੀਸਰਾ ਪਸ਼ੂਆਰਾ ਬਗਲੇ ਨੂੰ ਵੀ ਕਹਿੰਦੇ ਆ। ਬਗਲਾ ਜਦੋਂ ਬੈਠਦਾ ਪੂਰਾ ਧਿਆਨ ਇਕਾਗਰ ਕਰਕੇ ਬੈਠਦਾ, ਉਹਦਾ ਧਿਆਨ ਮੱਛੀ ਵਿੱਚ ਲੱਗਾ ਹੁੰਦਾ। ਇਸ ਕਰਕੇ ਭਗਤ ਨਾਮਦੇਵ ਜੀ ਮਹਾਰਾਜ ਜੀ ਉਦਾਹਰਣ ਦੇ ਰਹੇ ਨੇ, ਜਿਉ ਮੀਨਾ ਹੀਰਾ ਪਸ਼ੂਆਰਾ। ਜਿਵੇਂ ਪਸ਼ੂਆਰਾ ਜਾਂ ਬਗਲਾ ਕਹਿ ਲੋ, ਦੁਤੀਰਾ ਕਹਿ ਲੋ, ਜਾਂ ਫਿਰ ਇੱਕ ਝੀਵਰ ਕਹਿ ਲੋ, ਉਹ ਮੱਛੀ ਵੱਲ ਵੇਖਦਾ, ਮੱਛੀ ਨੂੰ ਤੱਕਦਾ ਹੈ। ਸੋਨਾ ਗੜ ਤੇ ਹੀਰਾ ਸੁਨਾਰਾ। ਤੇ ਸੁਨਿਆਰਾ ਉਹ ਸੋਨਾ ਘੜਨ ਵੇਲੇ ਆਪਣਾ ਧਿਆਨ ਪੂਰਾ ਸੋਨੇ 'ਚ ਲਾਉਂਦਾ। ਗੜ ਤੇ ਦਾ ਮਤਲਬ ਘੜਦਿਆਂ, ਜਦੋਂ ਸੋਨਾ ਘੜ ਕੇ ਉਹਨੇ ਕੋਈ ਗਹਿਣਾ ਬਣਾਉਣਾ ਹੁੰਦਾ ਹੈ ਤਾਂ ਉਹ ਆਪਣਾ ਸਾਰਾ ਧਿਆਨ ਪੂਰਨ ਤੌਰ ਤੇ ਉਹਦੇ ਵਿੱਚ ਕੇਂਦਰਿਤ ਕਰਦਾ। ਰੰਚਕ ਭਰ ਵੀ ਆਪਣਾ ਧਿਆਨ ਸੱਜੇ ਖੱਬੇ ਨਹੀਂ ਕਰਦਾ। ਬੜੇ ਬਰੀਕੀ ਦਾ ਕੰਮ ਹੁੰਦਾ, ਗਹਿਣੇ ਘੜਦੇ ਨੇ। ਕਹਿੰਦੇ ਜਿਵੇਂ ਕੋਈ ਸੁਨਿਆਰਾ ਸੋਨਾ ਘੜਨ ਵੇਲੇ ਆਪਣਾ ਪੂਰਾ ਧਿਆਨ ਉਸ ਸੋਨੇ 'ਚ ਲਾਉਂਦਾ ਤੇ ਦਾ ਵੀ ਤੱਕਦਾ ਹੈ ਵੀ ਜੇ ਕੋਈ ਦੇ ਗਿਆ ਹੈ ਤੋਲਾ ਮਾਤਰ ਤੇ ਉਹਦੇ ਵਿੱਚੋਂ ਕਿਵੇਂ ਮੈਂ 2-3 ਮਾਸੇ ਆਪਣੇ ਕੱਢ ਕੇ ਰੱਖਣੇ ਐ, ਤੇ ਉਹਨਾਂ 2-3 ਮਾਸਿਆਂ ਦੀ ਜਗ੍ਹਾ ਤੇ ਖੋਟ ਪਾ ਕੇ ਪੂਰਾ ਕਰਕੇ ਕਿਵੇਂ ਦੂਜੇ ਨੂੰ ਦੇਣਾ। ਉਹਦਾ ਧਿਆਨ ਉੱਥੇ ਲੱਗਾ ਹੁੰਦਾ, ਪੂਰਾ ਇਕਾਗਰਤਾ ਉਹਦੀ ਉੱਥੇ ਬਣੀ ਹੁੰਦੀ ਹੈ। ਜਿਉ ਵਿਖਾਈ ਹੀਰਾ ਪਰ ਨਾਰੀ। ਫੇਰ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਕੋਈ ਵਿਸ਼ਈ ਬੰਦਾ ਹੋਵੇ ਨਾ, ਵਿਸ਼ਈ, ਉਹ ਪਰਾਈ ਇਸਤਰੀ ਨੂੰ ਤੱਕਦਾ ਹੈ, ਸਾਰੀ ਸ਼ਰਮ ਛੱਡ ਦਿੰਦਾ ਹੈ, ਹਿਆ ਛੱਡ ਦਿੰਦਾ ਹੈ, ਆਪਣੇ ਕੁੱਲ ਦੀ ਲਾਜ ਛੱਡ ਦਿੰਦਾ ਹੈ। ਉਹ ਛੱਡ ਦਿੰਦਾ ਹੈ ਸਾਰੀ ਬਿਰਤੀ ਨੂੰ ਕਿ ਮੈਂ ਸਮਾਜ ਵਿੱਚ ਜਿਸ ਵਿੱਚ ਰਹਿ ਰਿਹਾ ਇਹਦੇ ਵਿੱਚ ਕੀ ਜਵਾਬ ਦੇਵਾਂਗਾ। ਵਿਸ਼ਈ ਮਨੁੱਖ ਜਿਵੇਂ ਕੇਵਲ ਪਰਾਈ ਇਸਤਰੀ ਦੇ ਰੂਪ ਨੂੰ ਤੱਕਦਾ, ਧਿਆਨ ਇਕਾਗਰ ਕਰਕੇ। ਕੌਡਾ ਡਾਰਤ ਹੀਰਾ ਜੁਆਰੀ। ਹੁਣ ਹੋਰ ਉਦਾਹਰਣ ਦਿੰਦੇ, ਜੁਆਰੀ ਹੁੰਦੇ ਆ ਨਾ ਜੂਏਬਾਜ਼। ਅੱਜ ਕੱਲ ਜੂਏ ਦੀਆਂ ਪ੍ਰਵਿਰਤੀਆਂ ਕੁਝ ਹੋਰ ਤਰੀਕੇ ਦੀਆਂ ਨੇ।
ਪਹਿਲਾਂ ਸਮਿਆਂ 'ਚ ਜੂਆ ਖੇਡਿਆ ਜਾਂਦਾ ਸੀ, ਕੌਡੀਆਂ ਸੁੱਟੀਆਂ ਜਾਂਦੀਆਂ ਸੀ, ਉਹਦੇ ਮੁਤਾਬਕ ਜੂਆ ਖੇਡਿਆ ਜਾਂਦਾ ਸੀ। ਕਹਿੰਦੇ ਜਿਵੇਂ ਕੋਈ ਜੁਆਰੀ ਕੌਡੀਆਂ ਸੁੱਟਣ ਵੇਲੇ ਪੂਰਾ ਧਿਆਨ ਆਪਣਾ ਉਹਨਾਂ ਕੌਡੀਆਂ ਤੇ ਰੱਖਦਾ, ਪੂਰਾ ਧਿਆਨ, ਉਹਦਾ ਇੱਥੇ ਜ਼ਿਕਰ ਕਰ ਰਹੇ ਨੇ ਭਗਤ ਨਾਮਦੇਵ ਜੀ। ਕੌਡਾ ਡਾਰਤ ਹਿਰੈ ਜੁਆਰੀ, ਉਹ ਹਾਰਨ ਦੇ ਡਰ ਤੋਂ, ਭੈ ਤੋਂ ਕੌਡੀਆਂ ਵੇਖ ਕੇ ਸੁੱਟਦਾ ਬੜੇ ਧਿਆਨ ਨਾਲ। ਕਹਿੰਦੇ ਇਸੇ ਤਰ੍ਹਾਂ ਮੈਂ ਆਪਣੇ ਉਸ ਮਾਲਕ ਨਾਲ ਆਪਣਾ ਧਿਆਨ ਜੋੜਿਆ ਹੋਇਆ। ਜਿਵੇਂ ਸੁਨਿਆਰੇ ਨੇ ਸੋਨੇ ਦੇ ਗਹਿਣੇ ਘੜਨ 'ਚ ਧਿਆਨ ਲਾਇਆ, ਜੁਆਰੀ ਨੇ ਕੌਡੀਆਂ ਵਿੱਚ ਆਪਣਾ ਧਿਆਨ ਲਾਇਆ ਹੋਇਆ, ਵਿਸ਼ਈ ਨੇ ਪਰ ਇਸਤਰੀ ਵਿੱਚ ਆਪਣਾ ਧਿਆਨ ਲਾਇਆ ਹੋਇਆ, ਔਰ ਕਿਸੇ ਪਸ਼ੂਆਰੇ ਨੇ ਮੱਛੀ ਵਿੱਚ ਆਪਣਾ ਧਿਆਨ ਲਾਇਆ ਹੋਇਆ। ਕਹਿੰਦੇ ਇਸੇ ਤਰ੍ਹਾਂ ਮੈਂ ਆਪਣੇ ਉਸ ਮਾਲਕ ਪਰਮੇਸ਼ਰ ਵਿੱਚ ਧਿਆਨ ਲਾਇਆ ਹੋਇਆ। ਦੱਸਦੇ ਨੇ ਅਖੀਰਲੀਆਂ ਪੰਕਤੀਆਂ ਵਿੱਚ, ਜਹ ਜਹ ਦੇਖਾਓ ਤਹ ਤਹ ਰਾਮਾ। ਕਹਿੰਦੇ ਮੈਂ ਇੱਕ ਜਗ੍ਹਾ ਤੇ ਨਹੀਂ ਤੱਕਦਾ ਵੀ ਇੱਕ ਜਗ੍ਹਾ ਤੇ ਮੈਨੂੰ ਮੇਰਾ ਰਾਮ ਦਿਸਣਾ। ਕਹਿੰਦੇ ਮੈਂ ਜਿੱਥੇ ਜਿੱਥੇ ਵੀ ਵੇਖਦਾ ਮੇਰਾ ਰਾਮ ਮੈਨੂੰ ਉੱਥੇ ਹੀ ਨਜ਼ਰ ਆਉਂਦਾ, ਪਰ ਲੋੜ ਸੀ ਧਿਆਨ ਇਕਾਗਰ ਕਰਕੇ ਵੇਖਣ ਦੀ। ਜਦੋਂ ਸੁਰਤੀ ਵਿੱਚ ਇਕਾਗਰਤਾ ਆਈ, ਮਨ ਵਿੱਚ ਇਕਾਗਰਤਾ ਆਈ, ਤਾਂ ਹੁਣ ਮੈਂ ਜਿੱਥੇ ਜਿੱਥੇ ਵੀ ਵੇਖਦਾ ਹਾਂ ਮੇਰਾ ਉਹ ਰਮਿਆ ਹੋਇਆ ਰਾਮ ਮੈਨੂੰ ਹਰ ਥਾਂ ਤੇ ਨਜ਼ਰ ਆਉਂਦਾ। ਜਿੱਥੇ ਜਿੱਥੇ ਵੀ ਵੇਖਦਾ। ਭਗਤ ਨਾਮਦੇਵ ਜੀ ਫਰਮਾਉਂਦੇ, ਜਹ ਜਹ ਦੇਖੋ ਤਹ ਤਹ ਰਾਮਾ, ਜਹ ਜਹ ਦੇਖੋ ਤਹ ਤਹ ਰਾਮਾ। ਜਹ ਜਹ ਦੇਖਾਓ ਤਹ ਤਹ ਰਾਮਾ, ਜਹ ਜਹ ਦੇਖਾਓ ਤਹ ਤਹ ਰਾਮਾ। ਜਹ ਜਹ ਦੇਖੋ ਤਹ ਤਹ ਰਾਮਾ, ਜਹ ਜਹ ਦੇਖੋ ਤਹ ਤਹ ਰਾਮਾ। ਜਹ ਜਹ ਦੇਖਾਓ ਤਹ ਤਹ ਰਾਮਾ, ਜਹ ਜਹ ਦੇਖਾਓ ਤਹ ਤਹ ਰਾਮਾ। ਜਿੱਥੇ ਜਿੱਥੇ ਵੇਖਦਾ ਹਾਂ ਮੇਰਾ ਰਾਮ ਉੱਥੇ ਹੀ ਰਮਿਆ ਹੋਇਆ ਮੈਨੂੰ ਦਿਸਦਾ ਹੈ। ਹਰ ਕੇ ਚਰਨ ਨਿਤ ਧਿਆਵੈ ਨਾਮਾ। ਭਗਤ ਨਾਮਦੇਵ ਜੀ ਮਹਾਰਾਜ ਜੀ ਫਰਮਾਉਂਦੇ, ਐਸੇ ਹਰੀ ਦੇ ਚਰਨ ਮੈਂ ਨਿਤ ਧਿਆਉਂਦਾ, ਜਿਹੜਾ ਹਰ ਥਾਂ ਤੇ ਰਮਿਆ ਹੋਇਆ, ਹਰ ਜਗ੍ਹਾ ਤੇ ਬਸਦਾ ਹੈ। ਐਸੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪਵਿੱਤਰ ਚਰਨ ਉਹ ਮੈਂ ਨਿਤ ਧਿਆਉਂਦਾ ਹਾਂ, ਨਿਤ ਆਰਾਧਦਾ ਹਾਂ। ਗੋਂਡ ਏਦਾਂ ਬੇਨਤੀ ਕਰੋ ਆਪਣੇ ਮਾਲਕ ਦੇ ਚਰਨਾਂ 'ਚ। ਭਗਤ ਨਾਮਦੇਵ ਜੀ ਸਾਨੂੰ ਅਰਦਾਸ ਕਰਨ ਦਾ ਤਰੀਕਾ ਦੱਸਦੇ। ਅਰਦਾਸਾਂ ਅਸੀਂ ਬੜੀਆਂ ਕੀਤੀਆਂ, ਹੁਣ ਵੀ ਆ ਕੇ ਕੋਈ ਨਾ ਕੋਈ ਅਰਦਾਸ ਕਰਕੇ ਹੀ ਬੈਠੇ ਹੋਵਾਂਗੇ ਨਾ ਮਹਾਰਾਜ ਜੀ ਦੇ ਚਰਨਾਂ 'ਚ। ਆਹ ਦੇ ਦਿਓ ਮਹਾਰਾਜ, ਆਹ ਕਰ ਦਿਓ, ਆਹ ਕਰ ਦਿਓ। ਇਹ ਅਰਦਾਸਾਂ ਤਾਂ ਬੜੀਆਂ ਅਸੀਂ ਰੋਜ਼ ਕਰਦੇ ਆਂ। ਭਗਤ ਨਾਮਦੇਵ ਜੀ ਕਹਿੰਦੇ ਆਹ ਅਰਦਾਸ ਵੀ ਕਰਿਆ ਕਰੋ ਆਪਣੇ ਮਾਲਕ ਦੇ ਚਰਨਾਂ 'ਚ। ਸੁਣੋ ਜੀ ਕਿਹੜੀ ਅਰਦਾਸ ਹੈ। ਮੋਕਾ ਉਤਾਰ ਲੈ ਰਾਮਾ ਤਾਰ ਲੈ। ਏ ਮੇਰੇ ਰਾਮ ਕਿਰਪਾ ਕਰੋ ਮੈਨੂੰ ਤਾਰ ਲਵੋ ਮਹਾਰਾਜ, ਤਾਰ ਲਵੋ, ਤਾਰ ਲਵੋ। ਸਾਨੂੰ ਡੁੱਬਦਿਆਂ ਹੋਇਆਂ ਨੂੰ ਤਾਰ ਲਓ ਮਹਾਰਾਜ। ਇਹ ਬੇਨਤੀ ਕਰੋ ਆਪਣੇ ਮਾਲਕ ਦੇ ਚਰਨਾਂ 'ਚ। ਹੇ ਮੇਰੇ ਰਮੇ ਹੋਏ ਰਾਮ ਮੋਕੋ ਤਾਰ ਲੈ ਰਾਮਾ, ਤਾਰ ਲੈ। ਹੇ ਰਾਮ ਮੈਨੂੰ ਤਾਰ ਲੈ ਮਹਾਰਾਜ ਜੀ, ਸਾਨੂੰ ਤਾਰ ਲਵੋ। ਮੈਂ ਅਜਾਨ ਜਨ ਤਰਬੇ ਨਾ ਜਾਣਾ, ਬਾਪ ਬੀਠੋਲਾ ਬਾਹ ਦੇ। ਮਹਾਰਾਜ ਜੀ ਅਸੀਂ ਅਣਜਾਣ ਹਾਂ, ਮੈਂ ਅਣਜਾਣ ਹਾਂ, ਮੈਨੂੰ ਨਹੀਂ ਤਰਨਾ ਆਉਂਦਾ ਵੀ ਤਰੀ ਦਾ ਕਿਵੇਂ। ਕਿਉਂਕਿ ਇਹ ਸੰਸਾਰ 'ਚ ਤਕਰੀਬਨ ਡੁੱਬਦੇ ਹੀ ਉਹ ਨੇ ਜਿਹੜੇ ਕਹਿੰਦੇ ਅਸੀਂ ਤਰ ਲੈਨੇ ਆ। ਤਾਰੂ ਡੁੱਬਦੇ ਹੁੰਦੇ ਆ, ਜਿਨ੍ਹਾਂ ਨੂੰ ਤਰਨਾ ਹੀ ਨਹੀਂ ਆਉਂਦਾ ਉਹ ਤਾਂ ਵਿੱਚ ਪ੍ਰਵੇਸ਼ ਹੀ ਨਹੀਂ ਕਰਦੇ ਪਾਣੀ ਦੇ। ਜਿਹੜੇ ਕਹਿੰਦੇ ਅਸੀਂ ਤਰ ਲੈਨੇ ਆ ਉਹ ਤਰਨ ਵਾਲੇ ਡੁੱਬਦੇ ਹੁੰਦੇ ਆ। ਕਿਤਨੀਆਂ ਘਟਨਾਵਾਂ ਸਰਬ ਪਾਸੇ ਵਰਤਦੀਆਂ ਹਨ। ਤਾਰੂ ਹੀ ਡੁੱਬਦੇ ਹਨ, ਅਣਤਾਰੂ ਤਾਂ ਵਿੱਚ ਪ੍ਰਵੇਸ਼ ਹੀ ਨਹੀਂ ਕਰਦਾ। ਹੇ ਪ੍ਰਭੂ ਮੈਂ ਅਣਜਾਣ ਹਾਂ, ਮੈਨੂੰ ਤਰਨਾ ਨਹੀਂ ਆਉਂਦਾ।
ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੈਨੂੰ ਨਹੀਂ ਪਤਾ ਕਿਵੇਂ ਤਰੀਦਾ ਹੈ। ਬਾਪ ਬੀਠਲਾ ਬਾਹਾਂ ਦੇ, ਹੇ ਮੇਰੇ ਬਾਪ ਬੀਠਲ ਭਗਵਾਨ, ਕਿਰਪਾ ਕਰਕੇ ਮੈਨੂੰ ਆਪਣੀ ਬਾਹ ਦੇ ਦਿਓ, ਆਪਣਾ ਆਸਰਾ ਦੇ ਦਿਓ, ਤਾਂ ਮੈਂ ਡੁੱਬਦਾ ਹੋਇਆ ਇਸ ਸੰਸਾਰ ਚੋਂ ਤਰ ਜਾਵਾਂ। ਮੈਨੂੰ ਨਹੀਂ ਜੇ ਤਰਨਾ ਆਉਂਦਾ, ਮੈਂ ਅਣਜਾਣ, ਹੇ ਮੇਰੇ ਬਾਪ ਭਗਵਾਨ ਪਿਤਾ, ਕਿਰਪਾ ਕਰਕੇ ਮੈਨੂੰ ਆਪਣਾ ਆਸਰਾ ਦਿਓ, ਆਪਣਾ ਪੱਲਾ ਦਿਓ ਤੇ ਡੁੱਬੇ ਜਾਂਦੇ ਨੂੰ ਉਭਾਰ ਲਵੋ। ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਸਤਿਗੁਰੂ ਜੀ ਜਿਨ੍ਹਾਂ ਨੂੰ ਆਪਣੀ ਮੱਤ ਸਿਖਾ ਦਿੰਦੇ ਆ ਨਾ, ਆਪਣੀ ਮੱਤ ਬਖਸ਼ ਦਿੰਦੇ ਆ ਗੁਰਦੇਵ, ਤੇ ਕਹਿੰਦੇ ਮਨੁੱਖ ਤੋਂ ਉਹ ਬੰਦੇ ਦੇਵਤੇ ਬਣ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਆਪਣੀ ਮੱਤ ਸਿਖਾ ਦਿੰਦੇ। ਤਦੇ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ। ਕਿਹੜੇ ਗੁਰੂ ਤੋਂ? ਬਲਿਹਾਰੀ ਗੁਰ ਆਪਣੀ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਨ੍ਹਾਂ ਨੇ ਮਾਨਸਾਂ ਤੋਂ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਭਗਤ ਨਾਮਦੇਵ ਜੀ ਫਰਮਾਉਂਦੇ ਕਿ ਜਿਨ੍ਹਾਂ ਦੀ ਦਿੱਤੀ ਹੋਈ ਮੱਤ ਨਾਲ ਨਰ ਦੇਵਤੇ ਹੋ ਜਾਂਦੇ ਨੇ। ਸਤਿਗੁਰੂ ਜੀ ਨੇ ਸਾਨੂੰ ਇਹੋ ਜੀ ਬੁੱਧੀ ਸਿਖਲਾਈ ਹੈ ਕਿ ਜਿਸ ਬੁੱਧੀ ਨੂੰ ਸਿੱਖਦਿਆਂ ਨਰ ਤੋਂ ਦੇਵਤੇ ਹੋ ਜਾਈਦਾ ਹੈ। ਨਰ ਤੇ ਉਪਜ ਸੁਰਗ ਕਉ ਜੀਤਿਓ, ਸੋ ਅਬ ਖਦ ਮੈਂ ਪਾਈ। ਰੱਬ ਦੇ ਜਿਨ੍ਹਾਂ ਪਿਆਰਿਆਂ ਨੇ ਮਨੁੱਖੀ ਜਾਮੇ ਵਿੱਚ ਪੈਦਾ ਹੋ ਕੇ ਸਵਰਗ ਜਿੱਤ ਲਏ। ਨਰ ਜਾਮੇ ਵਿੱਚ ਪੈਦਾ ਹੋ ਕੇ ਸਵਰਗ ਜਿੱਤ ਲਿਆ। ਨਰ ਤੇ ਉਪਜ, ਨਰਾਂ ਤੋਂ ਪੈਦਾ ਹੋ ਕੇ ਸੁਰਗ ਕੋ ਜੀਤਿਓ, ਸਵਰਗ ਜਿੱਤ ਲਿਆ। ਯਾਨੀ ਕਿ ਸਵਰਗ ਦੀ ਵੀ ਇੱਛਾ ਨਹੀਂ ਰੱਖੀ। ਸਵਰਗ ਨੂੰ ਜਿੱਤਣਾ ਕੀ ਹੁੰਦਾ? ਵੀ ਜਦੋਂ ਸਵਰਗ ਦੀ ਵੀ ਇੱਛਾ ਨਾ ਰਹੇ, ਉਹਨੂੰ ਕਹਿੰਦੇ ਨੇ ਸਵਰਗ ਨੂੰ ਜਿੱਤ ਲੈਣਾ। ਕਹਿੰਦੇ ਜਿਹੜੀ ਦਵਾਈ ਪ੍ਰਾਪਤ ਕਰਕੇ ਰੱਬ ਦੇ ਪਿਆਰਿਆਂ ਨੇ ਮਨੁੱਖਾਂ ਦੇ ਸਰੀਰਾਂ ਵਿੱਚ ਪੈਦਾ ਹੋ ਕੇ ਸਵਰਗ ਨੂੰ ਜਿੱਤ ਲਿਆ, ਯਾਨੀ ਕਿ ਸਵਰਗ ਦੀ ਵੀ ਕਾਂਖਾ ਨਹੀਂ ਰੱਖੀ। ਭਗਤ ਨਾਮਦੇਵ ਜੀ ਕਹਿੰਦੇ ਉਹ ਦਵਾਈ, ਉਹ ਔਸ਼ਧੀ ਮੈਨੂੰ ਵੀ ਪ੍ਰਾਪਤ ਹੋ ਗਈ ਹੈ। ਉਹ ਜੜੀ ਬੂਟੀ ਮੈਨੂੰ ਵੀ ਮਿਲ ਗਈ ਹੈ। ਜਿਹੜੀ ਜੜੀ ਬੂਟੀ ਕਬੀਰ ਜੀ ਨੂੰ ਮਿਲੀ, ਰਵਿਦਾਸ ਜੀ ਮਹਾਰਾਜ ਜੀ ਨੂੰ ਮਿਲੀ, ਵੱਡਿਆਂ ਵੱਡਿਆਂ ਮਹਾਂਪੁਰਸ਼ਾਂ ਨੂੰ, ਸਤਪੁਰਸ਼ਾਂ ਨੂੰ ਪ੍ਰਾਪਤ ਹੋਈ। ਉਹਨਾਂ ਨੇ ਸਵਰਗ ਦੀ ਵੀ ਇੱਛਾ ਨਹੀਂ ਰੱਖੀ। ਕਹਿੰਦੇ ਉਹ ਔਸ਼ਧੀ, ਉਹ ਦਵਾਈ ਮੈਨੂੰ ਵੀ ਪ੍ਰਾਪਤ ਹੋ ਗਈ ਹੈ। ਹੁਣ ਮੇਰੇ ਅੰਦਰ ਵੀ ਸਵਰਗ ਦੀ ਇੱਛਾ ਨਹੀਂ ਰਹੀ। ਜਹਾਂ ਜਹਾਂ ਤੂੰ ਨਾਰਦ ਟੇਕੇ, ਨਾ ਕੋ ਟਿਕਾਵੋ ਮੋਹੇ। ਇਹ ਮੇਰੇ ਰੱਬ ਜੀ, ਜਿੱਥੇ ਜਿੱਥੇ ਤੁਸੀਂ ਧਰੂ ਜੀ, ਪ੍ਰਹਿਲਾਦ ਜੀ ਜੈਸੇ ਮਹਾਂਪੁਰਸ਼ਾਂ ਨੂੰ ਟਿਕਾਇਆ, ਜਿਹੜੀ ਅਵਸਥਾ ਵਿੱਚ, ਜਿਹੜੇ ਆਨੰਦ ਵਿੱਚ ਧਰੂ ਜੀ ਨੂੰ ਟਿਕਾਇਆ, ਜਿਸ ਆਨੰਦ ਵਿੱਚ ਪ੍ਰਹਿਲਾਦ ਜੀ ਨੂੰ ਟਿਕਾਇਆ, ਜਿਹੜੇ ਆਨੰਦ ਵਿੱਚ ਨਾਰਦ ਜੀ ਨੂੰ ਟਿਕਾਇਆ ਹੋਇਆ। ਨਾਰਦ ਵੀ ਭਗਤ ਨੇ ਨਾ, ਜਿੱਥੇ ਮਹਾਰਾਜ ਭਗਤ ਨਾਰਦ ਜੀ ਨੂੰ ਟਿਕਾਇਆ ਹੋਇਆ। ਹੇ ਮੇਰੇ ਰੱਬ ਜੀ, ਨੈਕ ਥੋੜਾ ਜਿੰਨਾ ਉਸ ਰਸ ਨੂੰ ਮੈਨੂੰ ਵੀ ਬਖਸ਼ ਦਿਓ, ਮੈਨੂੰ ਵੀ ਉੱਥੇ ਟਿਕਾ ਦਿਓ। ਨੈਕ ਦਾ ਅਰਥ ਥੋੜਾ ਵੀ ਕੀਤਾ, ਨੈਕ ਦਾ ਅਰਥ ਮਹਾਂਪੁਰਸ਼ਾਂ ਨੇ ਸਦਾ ਵੀ ਕੀਤਾ ਕਿ ਮੈਨੂੰ ਸਦਾ ਵਾਸਤੇ ਉੱਥੇ ਟਿਕਾ ਦਿਓ ਜਿੱਥੇ ਤੁਸੀਂ ਧਰੂ ਜੀ ਨੂੰ ਟਿਕਾਇਆ, ਪ੍ਰਹਿਲਾਦ ਨੂੰ ਟਿਕਾਇਆ, ਨਾਰਦ ਜੀ ਨੂੰ ਟਿਕਾਇਆ। ਹੇ ਪ੍ਰਭੂ, ਉਸ ਪਰਮ ਆਨੰਦ ਦੀ ਅਵਸਥਾ ਵਿੱਚ ਮੈਨੂੰ ਵੀ ਟਿਕਾ ਦਿਓ, ਉਹ ਸदैवी ਸੁਖ ਮੈਨੂੰ ਵੀ ਬਖਸ਼ ਦਿਓ। ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਇਹ। ਹੇ ਪ੍ਰਭੂ, ਤੇਰਾ ਨਾਮ ਐਸਾ ਬਰਕਤਾਂ ਵਾਲਾ ਹੈ ਕਿ ਤੇਰੇ ਨਾਮ ਦੇ ਆਸਰੇ ਬੜੇ ਜਨਾਂ ਦਾ ਉਧਾਰ ਹੋਇਆ, ਗਿਣਤੀ ਕੋਈ ਨਹੀਂ। ਤੇ ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਮੇਰੀ ਵੀ ਨਿਜ ਮਤ ਇਹੀ ਹੈ, ਮੇਰਾ ਵੀ ਨਿੱਜੀ ਖਿਆਲ ਇਹ ਹੈ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਹੀ ਜੀਵ ਦਾ ਪਾਰ ਉਤਾਰਾ ਹੋਣਾ। ਗੋਂਡ ਮੋਹਿ ਲਾਗਤੀ ਤਾਲਾ ਬੇਲੀ। ਰਾਗ ਗੌਂਡ ਵਿੱਚ ਭਗਤ ਨਾਮਦੇਵ ਜੀ ਫਰਮਾਉਂਦੇ, ਹੇ ਪ੍ਰਭੂ, ਤੇਰੇ ਨਾਮ ਤੋਂ ਬਿਨਾਂ ਮੈਂ ਤਾਲਾ ਬੇਲੀ ਕਹੀਏ ਤਰਲੋ ਮੱਛੀ ਹੋ ਰਿਹਾ।
ਤੇਰੇ ਨਾਮ ਤੋਂ ਬਿਨਾ, ਜਿਵੇਂ ਕਹਿੰਦੇ ਨਾ ਤਰਲੋ ਮੱਛੀ ਹੋਣਾ, ਤੜਫਣਾ। ਹੇ ਪ੍ਰਭੂ ਤੇਰੇ ਨਾਮ ਤੋਂ ਬਿਨਾ ਮੈਨੂੰ ਤੜਫ ਲੱਗੀ ਹੋਈ ਹੈ। ਕਿਵੇਂ ਲੱਗੀ ਹੋਈ ਹੈ ਅਗਲੀ ਉਦਾਹਰਣ ਦਿੰਦੇ ਨੇ, ਬਛੜੇ ਬਿਨ ਗਾਏ ਅਕੇਲੀ। ਜਿਵੇਂ ਬੱਚੇ ਤੋਂ ਬਿਨਾ ਗਾਂ ਨਹੀਂ ਤੜਫਦੀ, ਕੱਲੀ ਬੱਚਾ ਨਾ ਹੋਵੇ ਉਹਦਾ ਕੋਲ ਤੇ ਗਾਂ ਤੜਫਦੀ ਹੈ, ਏਦਾਂ ਹੈ ਪ੍ਰਭੂ ਤੇਰੇ ਨਾਮ ਤੋਂ ਬਿਨਾ ਮੈਂ ਤੜਫ ਰਿਹਾ। ਪਾਨੀਆਂ ਬਿਨ ਮੀਨ ਤਲਫੈ। ਇਹ ਪ੍ਰਭੂ ਜਿਵੇਂ ਮੱਛੀ ਤੜਫਦੀ ਹੈ ਪਾਣੀ ਤੋਂ ਬਿਨਾ, ਪਾਣੀ ਬਿਨਾ ਮੱਛੀ ਤੜਫਦੀ ਹੈ। ਹਾਂਜੀ, ਐਸੇ RAM ਨਾਮਾ ਬਿਨ ਬਾਪਰੋ ਨਾਮਾ। ਐਸੇ ਰਾਮ ਦੇ ਨਾਮ ਤੋਂ ਬਿਨਾ ਇਹ ਨਾਮਾ ਤੜਫ ਰਿਹਾ ਵਿਚਾਰਾ। ਬਾਪਰੋ ਕਹਿੰਦੇ ਨੇ ਵਿਚਾਰੇ ਨੂੰ, ਆ ਵਿਚਾਰਾ ਨਾਮਦੇਵ ਤੜਫ ਰਿਹਾ ਹੈ ਪ੍ਰਭੂ ਤੇਰੇ ਨਾਮ ਤੋਂ ਬਿਨਾ, ਇੰਜ ਪਿਆ ਤੜਫਦਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੈ। ਰਹਾਉ ਜੈਸੇ ਗਾਏ ਕਾ ਬਾਛਾ ਛੂਟਲਾ। ਕਹਿੰਦੇ ਗਾਂ ਬੱਧੀ ਹੋਵੇ, ਬੱਚਾ ਥੋੜਾ ਜਿਹਾ ਲਾਗੇ ਦੂਰ ਬੰਨ ਦਿੰਦੇ, ਕਹਿੰਦੇ ਬੱਚੇ ਦੇ ਗਲ ਚੋਂ ਰੱਸੀ ਖੋਲ ਦਿੱਤੀ ਜਾਏ ਤੇ ਭੱਜ ਕੇ ਸਿੱਧਾ ਆਪਣੀ ਮਾਂ ਦੇ ਥਣਾਂ ਦੇ ਦੁੱਧ ਵੱਲ ਜਾਂਦਾ। ਜਿਵੇਂ ਗਾਂ ਦਾ ਬੱਚਾ ਆਪਣੇ ਕਿੱਲੇ ਤੋਂ ਛੁੱਟ ਕੇ ਜਾਂਦਾ ਹੈ, ਥਾਨ ਚੋਖਤਾ ਮਾਖਣ ਘੂਟਲਾ। ਉਹ ਆਪਣੀ ਮਾਂ ਦੇ ਥਣ ਚੁੰਗਦਾ ਔਰ ਮੱਖਣ ਘੁੱਟ-ਘੁੱਟ ਪੀਂਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਦੋਂ ਛੁੱਟਿਆ ਨਾ ਬੰਧਨਾਂ ਤੋਂ, ਮੇਰੇ ਗਲ 'ਚ ਵੀ ਬੰਧਨ ਪਏ ਹੋਏ ਸੀ ਮੋਹ ਦੇ। ਭਗਤ ਨਾਮਦੇਵ ਜੀ ਕਹਿੰਦੇ ਜਦੋਂ ਮੇਰੇ ਬੰਧਨ ਛੁੱਟੇ, ਮੈਂ ਵੀ ਭੱਜ ਕੇ ਪਰਮੇਸ਼ਰ ਦੀ ਭਗਤੀ ਰੂਪੀ ਗਊ ਦੇ ਰਸ ਨੂੰ ਚਖਣਾ ਸ਼ੁਰੂ ਕੀਤਾ, ਉਹਦੇ ਆਨੰਦ ਨੂੰ ਮਾਣਨਾ ਸ਼ੁਰੂ ਕੀਤਾ। ਦੱਸਦੇ ਨੇ ਅੱਗੇ, ਨਾਮ ਦਿਓ ਨਾਰਾਇਣ ਪਾਇਆ। ਜਿਵੇਂ ਬੱਚੇ ਨੂੰ ਗਾਂ ਦਾ ਦੁੱਧ ਮਿਲ ਗਿਆ ਭੱਜ ਕੇ ਛੁੱਟ ਕੇ, ਕਹਿੰਦੇ ਇਸੇ ਤਰ੍ਹਾਂ ਨਾਮਦੇਵ ਨੂੰ ਨਾਰਾਇਣ ਪ੍ਰਾਪਤ ਹੋ ਗਿਆ, ਉਸ ਨਾਰਾਇਣ ਦੇ ਸਰੂਪ ਦੀ ਪ੍ਰਾਪਤੀ ਹੋ ਗਈ। ਗੁਰ ਭੇਟਤ ਅਲਖ ਲਖਾਇਆ। ਗੁਰੂ ਨੂੰ ਜਦੋਂ ਮਿਲੇ ਤੇ ਗੁਰੂ ਨੇ ਨਾਂ ਲਖੇ ਜਾਣ ਵਾਲੇ ਬ੍ਰਹਮ ਨੂੰ ਲਿਖਾ ਦਿੱਤਾ, ਜਣਾ ਦਿੱਤਾ। ਜੈਸੇ ਵਿਖੈ ਹੇਤ ਪਰ ਨਾਰੀ। ਕਹਿੰਦੇ ਜਿਵੇਂ ਕੋਈ ਵਿਸ਼ਈ ਬੰਦਾ ਪਰਾਈ ਇਸਤਰੀ ਗਮਨ ਕਰਨ ਵਾਸਤੇ ਉਧਰ ਹਿੱਤ ਰੱਖਦਾ ਹੈ, ਐਸੇ ਨਾਮੇ ਪ੍ਰੀਤ ਮੁਰਾਰੀ। ਭਗਤ ਨਾਮਦੇਵ ਜੀ ਕਹਿੰਦੇ ਮੇਰੇ ਮਨ ਵਿੱਚ ਪਰਮੇਸ਼ਰ ਦੀ ਪ੍ਰੀਤ ਤਿਵੇਂ ਲੱਗੀ ਹੋਈ ਹੈ। ਜੈਸੇ ਤਾਪ ਤੇ ਨਿਰਮਲ ਕਾਮਾ। ਕਹਿੰਦੇ ਜਿਵੇਂ ਆ ਨਿਰਮਲ ਧੁੱਪ, ਸਾਫ਼ ਧੁੱਪ ਪਵੇ ਕੜਕਦੀ, ਤਪਸ਼ ਦੇ ਨਾਲ ਜੀਵ ਸੜਦੇ ਹਨ। ਤੈਸੇ RAM ਨਾਮਾ ਬਿਨ ਬਾਪਰੋ ਨਾਮਾ। ਵਿਚਾਰਾ ਨਾਮਾ ਵੀ ਉਦੋਂ ਤੜਫਦਾ ਜਦੋਂ ਉਹਨੂੰ ਨਾਮ ਦਾ ਦਾਨ ਪ੍ਰਾਪਤ ਨਹੀਂ ਹੁੰਦਾ। ਜਿਵੇਂ ਧੁੱਪ ਨਾਲ ਜੀਵ ਸੜਦੇ ਆ, ਤਪਦੇ ਆ, ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਨਾਮਦੇਵ ਤੜਫਦਾ ਹੈ। ਹੇ ਪ੍ਰਭੂ ਕਿਰਪਾ ਕਰੋ, ਦਇਆ ਕਰਕੇ ਆਪਣੇ ਅੰਮ੍ਰਿਤ ਨਾਮ ਦੀ ਦਾਤ ਸਾਨੂੰ ਬਖਸ਼ਿਸ਼ ਕਰੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।